ਤੁਸੀਂ ਪੰਜਾਬ ਦੇ ਸੀਐਮ ਰਹਿ ਕੇ ਤੁਸੀਂ ਪੰਜਾਬ ਦੀ ਬਿਹਤਰੀ ਲਈ ਕੁਛ ਨਹੀਂ ਕੀਤਾ। ਤੁਸੀਂ ਪਾਣੀਆਂ ਦੇ ਮਸਲੇ ਤੇ ਕੱਖ ਨਹੀਂ ਕੀਤਾ, ਤੁਸੀਂ ਨਸ਼ੇ ਦੇ ਮਸਲੇ ਤੇ ਕੱਖ ਨਹੀਂ ਕੀਤਾ, ਤੁਸੀਂ ਰੇਤ ਮਾਫੀਆ ਦੇ ਮਸਲੇ ਤੇ ਕੱਖ ਨਹੀਂ ਕੀਤਾ। ਕਿਸਾਨਾਂ ਦਾ ਸਮਰਥਨ ਤੇ ਤਾਂ ਹੀ ਮਿਲੂ ਨਾ ਕੈਪਟਨ ਸਾਹਿਬ, ਤੁਸੀਂ ਆਪ ਹੀ ਸਹੁੰ ਚੱਕੀ ਆ। ਆਪ ਹੀ ਤੁਸੀਂ ਗੁੜਕਾ ਸਾਹਿਬ ਤੇ ਸਹੁੰ ਚੱਕ ਕੇ ਤੁਸੀਂ ਇਹ ਗੱਲ ਕੀਤੀ ਆ ਵੀ ਕਿਸਾਨੀ ਦਾ ਜਿਹੜਾ A to Z ਕਰਜ਼ਾ ਮਾਫ ਕੀਤਾ ਜਾਊਗਾ, ਭਾਵੇਂ ਸ਼ਾਹੂਕਾਰਾਂ ਦਾ ਹੋਵੇ, ਭਾਵੇਂ ਆੜ੍ਹਤੀਆਂ ਦਾ ਹੋਵੇ, ਭਾਵੇਂ ਬੈਂਕ ਦਾ ਹੋਵੇ। ਜਦੋਂ ਤੁਸੀਂ 4.5 ਸਾਲ ਤੁਸੀਂ ਸੀਐਮ ਦਾ ਚਿਹਰਾ ਰਹੇ ਜੇ। ਸੀਐਮ ਦਾ ਚਿਹਰਾ ਇੱਕ ਨਿੱਕਾ ਮੋਟਾ ਚਿਹਰਾ ਨਹੀਂ, ਬਹੁਤ ਵੱਡਾ ਚਿਹਰਾ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦਾ ਜਿਹੜਾ ਸੀਐਮ ਬਣ ਗਿਆ ਉਹ ਇੱਕ ਹਿਸਾਬ ਦਾ ਮਤਲਬ ਸੈਂਟਰ ਦਾ ਵਿੱਚ ਉਹ ਬਹੁਤ ਵੱਡਾ ਵਜ਼ੀਰ ਉਹਨੂੰ ਮੰਨਿਆ ਜਾਂਦਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦੇ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਜਲਦ ਹੱਲ ਕਰਾਂਗੇ ਤੇ ਉਨ੍ਹਾਂ ਕਿਹਾ ਕਿ 117 ਵਿਧਾਨ ਸਭਾ ਸੀਟਾਂ ਤੇ ਸਾਡੀ ਪਾਰਟੀ ਚੋਣਾਂ ਲੜੇਗੀ। ਸਾਡੇ ਨਾਲ ਟਕਸਾਲੀ ਤੇ ਕਿਸਾਨ ਆਗੂ ਵੀ ਸਾਡੇ ਨਾਲ ਸ਼ਾਮਲ ਹੋਣਗੇ। ਉੱਥੇ ਕਿਸਾਨ ਆਗੂ ਹਰਜੀਤ ਸਿੰਘ ਚੀਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ 4.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਉਸ ਕਾਰਜਕਾਲ ਦੌਰਾਨ ਉਨ੍ਹਾਂ ਕਿਸਾਨਾਂ ਦਾ ਕੁਝ ਵੀ ਨਹੀਂ ਸੋਚਿਆ ਕਿ ਉਹ ਹੁਣ ਸੋਚਣਗੇ। ਉੱਥੇ ਉਹਨਾਂ ਨੇ ਕਿਹਾ ਕਿ ਕੈਪਟਨ ਕੇਂਦਰ ਸਰਕਾਰ ਦੀ ਕਠਪੁਤਲੀ ਹੈ ਤੇ ਉਹਨਾਂ ਦੇ ਰਿਮੋਟ ਦੇ ਨਾਲ ਚੱਲ ਰਹੇ ਨੇ, ਕਿਉਂਕਿ ਕੈਪਟਨ ਦੀਆਂ ਫਾਈਲਾਂ ਕੇਂਦਰ ਸਰਕਾਰ ਕੋਲ ਦਬੀਆਂ ਪਈਆਂ ਨੇ, ਜਿਸ ਦੇ ਚੱਲਦੇ ਕੈਪਟਨ ਭਾਜਪਾ ਦੇ ਇਸ਼ਾਰੇ ਤੇ ਚੱਲ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇ ਇਹ ਕਿਸਾਨ ਦੇ ਹਿਤੈਸ਼ੀ ਹੁੰਦੇ ਤਾਂ 4.5 ਸਾਲਾਂ ਵਿੱਚ ਵੀ ਕਿਸਾਨ ਦੇ ਹੱਕ ਦੇ ਵਿੱਚ ਕੁਝ ਸੋਚਦੇ। ਉਹਨਾਂ ਕਿਹਾ ਕਿ ਕੈਪਟਨ ਨੇ 4.5 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਖੇਤੀ ਪ੍ਰਧਾਨ ਸੂਬਾ ਹੈ, ਜੋ ਪੰਜਾਬ ਕਰਦਾ ਉਹੀ ਦੇਸ਼ ਕਰਦਾ। ਪੰਜਾਬ ਵੱਲੋਂ ਸਾਰੇ ਦੇਸ਼ ਦੀਆਂ ਨਜ਼ਰਾਂ ਨੇ। ਉਹਨਾਂ ਕਿਹਾ ਕਿ 4.5 ਸਾਲ ਪੰਜਾਬ ਦੀ ਕਮਾਂਡ ਤੁਹਾਡੇ ਹੱਥ ਰਹੀ, ਤੁਸੀਂ ਉਸ ਦੌਰਾਨ ਕੁਝ ਵੀ ਨਹੀਂ ਕਰ ਸਕੇ ਤੇ ਹੁਣ ਕੀ ਕਰੋਗੇ? ਨਹੀਂ ਜੀ, ਵੇਖੋ ਕਿਸਾਨਾਂ ਦਾ ਸਮਰਥਨ ਤੇ ਤਾਂ ਹੀ ਮਿਲੂ ਨਾ ਕੈਪਟਨ ਸਾਹਿਬ, ਤੁਸੀਂ ਆਪ ਹੀ ਸਹੁੰ ਚੱਕੀ ਆ। ਆਪ ਹੀ ਤੁਸੀਂ ਗੁੜਕਾ ਸਾਹਿਬ ਤੇ ਸਹੁੰ ਚੱਕ ਕੇ ਤੁਸੀਂ ਇਹ ਗੱਲ ਕੀਤੀ ਆ ਵੀ ਕਿਸਾਨੀ ਦਾ ਜਿਹੜਾ A to Z ਕਰਜ਼ਾ ਮਾਫ ਕੀਤਾ ਜਾਊਗਾ, ਭਾਵੇਂ ਸ਼ਾਹੂਕਾਰਾਂ ਦਾ ਹੋਵੇ, ਭਾਵੇਂ ਆੜ੍ਹਤੀਆਂ ਦਾ ਹੋਵੇ, ਭਾਵੇਂ ਬੈਂਕ ਦਾ ਹੋਵੇ। ਤੁਸੀਂ ਉਹ ਸਹੁੰ ਚੱਕ ਕੇ ਸਾਡਾ ਵਿਸ਼ਵਾਸ ਗਵਾ ਲਿਆ। ਹੁਣ ਤੁਸੀਂ ਕੀ ਸਾਡੇ ਤੋਂ ਭਾਲਦੇ ਜੀ? ਜਦੋਂ ਤੁਸੀਂ 4.5 ਸਾਲ ਤੁਸੀਂ ਸੀਐਮ ਦਾ ਚਿਹਰਾ ਰਹੇ ਜੇ। ਸੀਐਮ ਦਾ ਚਿਹਰਾ ਇੱਕ ਨਿੱਕਾ ਮੋਟਾ ਚਿਹਰਾ ਨਹੀਂ, ਬਹੁਤ ਵੱਡਾ ਚਿਹਰਾ ਆਪਾਂ ਕਹਿ ਸਕਦੇ ਹਾਂ ਵੀ ਪੰਜਾਬ ਦਾ ਜਿਹੜਾ ਸੀਐਮ ਬਣ ਗਿਆ ਉਹ ਇੱਕ ਹਿਸਾਬ ਦਾ ਮਤਲਬ ਸੈਂਟਰ ਦਾ ਵਿੱਚ ਉਹ ਬਹੁਤ ਵੱਡਾ ਵਜ਼ੀਰ ਉਹਨੂੰ ਮੰਨਿਆ ਜਾਂਦਾ ਵੀ ਸੈਂਟਰ ਦੀ ਪਾਵਰ ਵੀ ਉਹਦੇ ਕੋਲ ਕਿਤੇ ਨਾ ਕਿਤੇ ਆ ਜਾਂਦੀ ਆ। ਤੁਸੀਂ ਸੈਂਟਰ ਵੀ ਪੰਜਾਬ ਵੱਲ ਵੇਂਦੀ ਆ। ਇੱਕ ਅਸਰ ਸੂਕ ਵਾਲਾ ਜਿਹੜਾ ਪੰਜਾਬ ਆ, ਜਿਹੜਾ ਸੂਬਾ ਵਾ, ਤੁਸੀਂ ਪੰਜਾਬ ਦੇ ਸੀਐਮ ਰਹਿ ਕੇ ਤੁਸੀਂ ਪੰਜਾਬ ਦੀ ਬਿਹਤਰੀ ਲਈ ਕੁਛ ਨਹੀਂ ਕੀਤਾ। ਤੁਸੀਂ ਪਾਣੀਆਂ ਦੇ ਮਸਲੇ ਤੇ ਕੱਖ ਨਹੀਂ ਕੀਤਾ, ਤੁਸੀਂ ਨਸ਼ੇ ਦੇ ਮਸਲੇ ਤੇ ਕੱਖ ਨਹੀਂ ਕੀਤਾ, ਤੁਸੀਂ ਰੇਤ ਮਾਫੀਆ ਦੇ ਮਸਲੇ ਤੇ ਕੱਖ ਨਹੀਂ ਕੀਤਾ, ਤੁਸੀਂ ਸਭ ਤੋਂ ਵੱਡਾ ਕਿਸਾਨੀ ਦੇ ਵਿੱਚ ਕੱਖ ਨਹੀਂ ਕੀਤਾ। ਤੁਸੀਂ ਉਸ ਤੋਂ ਵੱਡਾ ਗੱਲ ਹੈ ਜਿਹੜੀ ਧਰਮ ਦੀ ਗੱਲ ਆਪਾਂ ਕਹਿ ਲਈਏ, ਜਿਹੜੀ ਸਾਰੀ ਭਾਵੇਂ ਕੋਈ ਵੀ ਧਰਮ ਨਾਲ ਬੰਦਾ ਰਿਲੇਟ ਹੋਵੇ, ਹਰ ਕੋਈ ਕਹਿੰਦਾ ਵੀ ਬੇਅਦਬੀ ਦਾ ਮਸਲਾ ਹਟਣਾ ਚਾਹੀਦਾ ਵਾ। ਬੇਅਦਬੀ ਦੇ ਵਿੱਚ ਤੁਸੀਂ ਕੱਖ ਨਹੀਂ ਕੀਤਾ, ਤੁਸੀਂ ਕੋਈ ਬੰਦਾ ਨਹੀਂ ਫੜਿਆ। ਬੇਅਦਬੀਆਂ ਤੁਹਾਡੇ ਰਾਜ ਦੇ ਵਿੱਚ ਵੀ ਬੜੀਆਂ ਹੋਈਆਂ, ਤੁਸੀਂ ਵੀ ਆਪਣੇ ਰਾਜ ਦੇ ਵਿੱਚ ਕਈਆਂ ਥਾਵਾਂ 'ਤੇ ਬੇਅਦਬੀਆਂ ਹੋਈਆਂ, ਤੁਸੀਂ ਇੱਕ ਵੀ ਬੰਦਾ ਫੜ ਕੇ ਨਹੀਂ ਅੰਦਰ ਕੀਤਾ। ਜੇ ਤੁਸੀਂ ਆਪ ਲੋਕਾਂ ਨੇ ਸੋਧਾ ਲਾਇਆ ਬੇਅਦਬੀਆਂ ਦੇ ਮਸਲੇ, ਤੁਸੀਂ ਉੱਤੇ ਕਿਉਂ ਟਵੀਟ ਕਰਦੇ ਜੀ ਵੀ ਇਹਨਾਂ ਨੂੰ ਨਿਹੰਗਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ? ਇਸ ਕਰਕੇ ਤੁਸੀਂ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ। ਇਸ ਕਰਕੇ ਅੱਜ ਤੁਹਾਨੂੰ ਲੋਕ ਐਕਸੈਪਟ ਨਹੀਂ ਕਰਨਗੇ। ਰੂਸਾ ਤੋਂ ਵੇਲ ਨਹੀਂ ਮਿਲੀ 4 ਸਾਲ। ਬਿਲਕੁਲ ਜੀ, ਕੈਪਟਨ ਅਮਰਿੰਦਰ ਸਾਹਿਬ ਨੂੰ ਰੂਸਾ ਦੇ ਵਿੱਚ ਹੀ ਰੁੱਝੇ ਰਹੇ 4.5 ਸਾਲ। ਉਹ ਜਿਹੜਾ ਆਪਣੇ ਪਾਕਿਸਤਾਨੀ ਪੱਤਰਕਾਰ ਸੀ ਉਹਨਾਂ 'ਚ ਹੀ ਰੁੱਝੇ ਰਹਿ ਗਏ ਆ। ਤੇ ਇੱਕ ਬੰਨੇ ਆਜ ਨੇ ਸਾਨੂੰ ਪਾਕਿਸਤਾਨ ਤੋਂ ਖਤਰਾ, ਹਰ ਗੱਲ ਤੇ ਪਾਕਿਸਤਾਨ ਤੋਂ ਖਤਰਾ, ਹਰ ਗੱਲ ਤੇ IS ਤੋਂ ਖਤਰਾ। ਇਹੋ ਬਾਦਲਾਂ ਨੇ 10 ਸਾਲ ਨਿਕਾਲੇ, ਇੱਦਾਂ ਹੀ ਕੈਪਟਨ ਅਮਰਿੰਦਰ ਨੇ 4.5 ਸਾਲ ਨਿਕਾਲੇ। ਯਾਰ ਸਾਡੇ ਲੋਕਾਂ ਨੂੰ ਸਮੈਕ ਤੋਂ ਤੇ ਹਥਿਆਰ ਆਉਂਦੇ ਆ, ਤੁਹਾਡੀ ਵਜ੍ਹਾ ਨਾਲ ਆਉਂਦੇ ਆ। BSF ਕੋ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਦਾ ਕੰਟਰੋਲ ਰਿਹਾ ਵਾ। ਉਹ ਤੋਂ ਗਾੜੀ ਫੌਜ ਬੈਠੀ ਆ, ਪਿੱਛੇ ਪੰਜਾਬ ਪੁਲਿਸ ਬੈਠੀ ਆ, ਸਾਰੇ ਕੰਟਰੋਲ ਤੁਹਾਡੇ ਵਿੱਚ। ਜਦੋਂ ਉਦੋਂ ਨਹੀਂ ਤੁਸੀਂ ਕਰ ਸਕੇ ਪੰਜਾਬ ਦੀ, ਤੁਸੀਂ ਸਾਡੀ ਸਬਜ਼ੀ ਕਿਉਂ ਨਹੀਂ ਬਾਹਰ ਜਾਣ ਦਿੰਦੇ? ਤੁਸੀਂ ਸਾਡੀ ਸਬਜ਼ੀ, ਸਾਡੀ ਜਿਹੜੀ ਫਸਲ ਬਾਹਰ ਜਾਣ ਦਿਓ। ਸਾਨੂੰ ਕਿਸੇ ਭੀਖ ਦੀ ਲੋੜ ਨਹੀਂ, ਸਾਨੂੰ ਕਰਜ਼ੇ ਮਾਫ ਕਰਨ ਦੀ ਲੋੜ ਨਹੀਂ। ਸਾਨੂੰ ਫਸਲ ਪਾਕਿਸਤਾਨ ਜਾ ਲੈਣ ਦਿਓ, ਸਾਡੀ ਉੱਥੇ ਅਰਬ ਕੰਟਰੀਆਂ ਨੂੰ ਰਾਹ ਨਿਕਲਦਾ। ਸਾਨੂੰ ਕਿਤੇ ਕੋਈ ਰਹਿਤਾਂ ਦੀ ਲੋੜ ਨਹੀਂ, ਸਾਡੀਆਂ ਫਸਲਾਂ ਬਾਹਰ ਜਾ ਲੈਣ ਦਿਓ। ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਪਾਰਟੀ ਤਿਆਰ ਕੀਤੀ ਜਾ ਰਹੀ ਆ ਉਹਦੇ ਵਿੱਚ ਕਿਸਾਨਾਂ ਦਾ ਸਮਰਥਨ ਜ਼ਿਆਦਾ ਹੋ ਰਿਹਾ, ਕਿਉਂਕਿ ਕਿਸਾਨੀ ਅੰਦੋਲਨ ਤਿੱਖਾ ਹੋ ਰਿਹਾ। 700 ਤੋਂ ਉੱਪਰ ਕਿਸਾਨ, ਉਦੋਂ ਨਹੀਂ ਇਹਨਾਂ ਨੇ ਮਸਲਾ ਹੱਲ ਕਰਾਇਆ BJP ਨੇ। ਨਹੀਂ, ਬਿਲਕੁਲ ਅਸੀਂ ਆਨੇ ਵੀ ਉਦੋਂ ਵੀ ਇਹ ਪੰਜਾਬ 'ਚ ਬੈਠੇ ਰਹੇ ਆ। BJP ਵਾਲੇ ਆਪਣੇ ਉੱਥੇ ਸਾਡੇ ਨਾਲ ਮੀਟਿੰਗ ਕਰਨ ਨੂੰ ਕਿਸੇ ਦਾ ਟਾਈਮ ਨਹੀਂ ਲੱਗਾ। ਤੇ ਦੋਵੇਂ ਸਰਕਾਰਾਂ ਆਪੋ ਆਪਣੇ ਜਿਹੜੇ ਇਹਨਾਂ ਨੂੰ ਆਪਣੀਆਂ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਕਿਸਾਨਾਂ ਦੀ ਗੱਲ ਸੁਣਨ ਦਾ ਟਾਈਮ ਨਹੀਂ ਨਿਕਲਿਆ। ਇਸ ਕਰਕੇ ਉਦੋਂ ਨਹੀਂ ਸਾਡੀ ਕੁਝ ਗੱਲ ਕਰ ਸਕੇ। ਅੱਜ ਸਾਡੀ ਬਿਹਤਰੀ ਵਾਸਤੇ ਆਪਣੀ ਪਹਿਚਾਣ ਗਵਾ ਚੁੱਕੇ ਆ। ਇਸ ਕਰਕੇ ਕਿਸਾਨ ਉਹ ਪਹਿਚਾਣ ਜਿਹੜੀ ਆ ਉਹ ਬੜੇ ਲੰਮੇ ਸਮੇਂ ਬਾਅਦ ਮਿਲਦੀ ਆ। ਸੋ ਅੱਜ ਪਹਿਚਾਣ ਗਵਾ ਚੁੱਕੇ ਲੋਕ। ਮੈਨੂੰ ਨਹੀਂ ਲੱਗਦਾ ਲੋਕ ਇਹਨਾਂ ਨੂੰ ਐਕਸੈਪਟ ਕਰਨਗੇ। ਨਵੇਂ ਸੀਐਮ ਨੂੰ ਕਿੱਦਾਂ ਦੇਖ ਰਹੇ ਹੋ? ਚੰਨੀ ਸਾਹਿਬ ਚਲੋ ਹਾਲ ਦੀ ਘੜੀ ਤੇ ਇਹਨਾਂ ਨਾਲ ਬਿਹਤਰ ਚੱਲ ਰਿਹਾ, ਲੋਕਾਂ 'ਚ ਵਿਚਰਦੇ ਆ, ਲੋਕਾਂ 'ਚ ਗੱਲ ਚੱਲਦੀ। ਸੀਐਮ ਸਾਹਿਬ ਆਮ ਇੱਕ ਗਰਾਊਂਡ ਤੋਂ ਲੈਵਲ ਤੋਂ ਉੱਠ ਕੇ ਆਏ ਆ। ਸੀਐਮ ਸਾਹਿਬ ਚਲੋ ਵਧੀਆ ਵਾ, ਆਉਂਦਿਆਂ ਕੈਪਟਨ ਸਾਹਿਬ ਨੇ ਵੀ ਇੱਦਾਂ ਚੰਗੇ ਕੰਮ ਕੀਤੇ, ਪਰ ਲੌਂਗ ਟਰਮ ਆ ਜੇ ਥੋੜ੍ਹਾ ਸਮਾਂ ਰਹਿ ਗਿਆ ਇਹਨਾਂ ਕੋਲ ਲੋਕਾਂ ਦੇ ਵਿੱਚ ਕਿਸਾਨੀ ਕਰਜ਼ੇ ਤੇ ਲੋਕਾਂ ਦੀ ਬਿਹਤਰੀ ਵਾਸਤੇ ਗੱਲ ਕਰਨਗੇ। ਬੜਾ ਕੁਝ ਕਰਨ ਵਾਲਾ, ਜੇ 2-3 ਮਹੀਨਿਆਂ 'ਚ ਕਰ ਸਕਦੇ, ਬੜਾ ਕੁਝ ਕਰਨ ਵਾਲਾ ਵਾ।
ਕਿਸਾਨ ਸਮਰਥਨ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਨਵੀਂ ਗੱਲ? ਨਹੀਂ ਜੀ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਮੈਨੂੰ ਨਹੀਂ ਲੱਗਦਾ, ਜਦੋਂ ਆਪਣਾ ਚਿਹਰਾ ਗਵਾ ਚੁੱਕਿਆ, ਚਿਹਰਾ ਇਹਨਾਂ ਦਾ ਦਾਗੀ ਹੋ ਗਿਆ ਵਾ। ਇਹ ਤੇ ਲੋਕ ਹੀ ਹੁਣ ਦੱਸਣਗੇ, ਲੋਕ ਇਹਨਾਂ ਨੂੰ ਐਕਸੈਪਟ ਕਰਦੇ ਕਿ ਨਹੀਂ ਕਰਦੇ, ਇਹ ਤੇ ਹੁਣ ਲੋਕਾਂ ਦੀ ਗੱਲ ਰਹਿ ਗਈ ਹੈ। ਸੋ ਦੱਸ ਦਈਏ ਕਿ ਕਿਸਾਨ ਆਗੂ ਨੇ ਕਿਹਾ ਕਿ ਜਿੰਨੀ ਮਰਜ਼ੀਆਂ ਪਾਰਟੀਆਂ ਬਣਾ ਲਓ, ਪਰ ਇਹ 2022 ਦੀਆਂ ਚੋਣਾਂ 'ਚ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਉਹ ਕੇਂਦਰ ਸਰਕਾਰ ਦੀ ਕਠਪੁਤਲੀ ਬਣੇ ਹੋਏ ਨੇ ਤੇ ਅਸੀਂ 2022 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦੇਵਾਂਗੇ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ Android ਜਾਂ iOS ਤੇ ਫ੍ਰੀ ਵਿੱਚ, Roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।